ਹੈਲੋ ਗੁੱਡ ਮਾਰਨਿੰਗ ਸਟੂਡੈਂਟਸ। ਬੇਟਾ ਉਹਦੇ ਬਾਅਦ 'ਚ ਅੱਗੇ ਆਪਾਂ ਕਰਨਾ ਆ ਕਿ ਸਾਡੇ ਕੋਲ ਬੈਂਜ਼ੀਨ ਦੇ ਵਿੱਚ ਆਪਾਂ ਕੀ ਪਾਇਆ ਸੀਗਾ। ਬੈਂਜ਼ੀਨ ਦੇ ਵਿੱਚ ਕਲੋਰੀਨ ਪਾ ਕੇ ਕਲੋਰੋ ਬੈਂਜ਼ੀਨ ਬਣਾਈ ਸੀ ਪਹਿਲੀ ਰਿਐਕਸ਼ਨ, ਠੀਕ ਹੈ ਨਾ। ਸਿੰਪਲ ਜਿਹੀ ਮੈਂ ਪਹਿਲਾਂ ਇੱਥੇ ਲਿਖ ਦਿੰਦਾ ਹੈ ਕਿ ਸਾਡੇ ਕੋਲ ਬੈਂਜ਼ੀਨ ਸੀਗੀ। ਬੈਂਜ਼ੀਨ ਦੇ ਵਿੱਚ ਆਪਾਂ Cl2 ਪਾਈ ਇਨ ਦੀ ਪ੍ਰੈਜ਼ੈਂਸ ਆਫ ਐਨਹਾਈਡਰਸ FeCl3 ਨਾਲ ਜਿਹੜੀਆਂ ਕੰਡੀਸ਼ਨ ਸੀਗੀਆਂ ਉਹ ਤੋਂ ਕੀ ਬਣ ਗਏ ਸੀ, ਕਲੋਰੋ ਬੈਂਜ਼ੀਨ, ਠੀਕ ਹੈ। ਬਟ ਜੇ ਇਸੇ ਕੇਸ ਦੇ ਵਿੱਚ ਜਿਹੜੀ ਹੈਲੋਜਨ ਆ ਮਤਲਬ ਕਲੋਰੀਨ ਐਕਸੈਸ ਦੇ ਵਿੱਚ ਹੋਵੇ, ਐਕਸੈਸ ਮੀਨਸ ਜ਼ਿਆਦਾ ਅਮਾਊਂਟ ਦੇ ਵਿੱਚ ਹੋਵੇ, ਫਿਰ ਕੀ ਹੁੰਦਾ ਆ, ਫਿਰ ਆ ਜਿਹੜੀ ਕਲੋਰੋ ਬੈਂਜ਼ੀਨ ਆ ਇਹਦੀ ਫਰਦਰ ਕਲੋਰੀਨੇਸ਼ਨ ਹੋ ਜਾਂਦੀ ਹੈ। ਕਲੋਰੋ ਬੈਂਜ਼ੀਨ ਆ, ਠੀਕ ਹੈ, ਸਾਡੇ ਕੋਲ ਕਲੋਰੋ ਬੈਂਜ਼ੀਨ ਆ, ਠੀਕ ਹੈ। ਕਲੋਰੋ ਬੈਂਜ਼ੀਨ ਦੇ ਵਿੱਚ ਕੀ ਪੈ ਗਿਆ, Cl2 ਇਨ ਦੀ ਪ੍ਰੈਜ਼ੈਂਸ ਆਫ FeCl3। ਇਸ ਕੇਸ ਦੇ ਵਿੱਚ ਦੋ ਪ੍ਰੋਡਕਟ ਬਣਦੇ ਆ, ਇੱਕ ਆਰਥੋ ਡਾਈਕਲੋਰੋ ਬੈਂਜ਼ੀਨ ਬਣਦਾ ਹੈ, ਠੀਕ ਹੈ। ਦੋਨੋਂ ਮੈਂ ਤੁਹਾਨੂੰ ਬਣਾ ਕੇ ਦੱਸ ਦਿੰਦਾ ਹਾਂ। Cl, ਠੀਕ ਹੈ, ਇੱਕ ਇਹ ਲਗਾ ਦਿਓ, ਬਣਿਆ ਆਰਥੋ ਡਾਈਕਲੋਰੋ ਬੈਂਜ਼ੀਨ, ਆਰਥੋ ਡਾਈਕਲੋਰੋ ਬੈਂਜ਼ੀਨ, ਠੀਕ ਹੈ। ਤੇ ਇੱਕ ਬਣਦਾ ਆ ਇਹ ਵਾਲਾ, ਪਲੱਸ ਪਾ ਕੇ ਲਿਖਣਾ ਆ Cl ਤੇ Cl, ਇਹ ਬਣਦਾ ਪੈਰਾ ਕਲੋਰੋ ਡਾਈਕਲੋਰੋ ਬੈਂਜ਼ੀਨ, ਪੈਰਾ ਡਾਈਕਲੋਰੋ ਬੈਂਜ਼ੀਨ, ਠੀਕ ਹੈ। ਆਰਥੋ ਡਾਈਕਲੋਰੋ ਬੈਂਜ਼ੀਨ ਐਂਡ ਪੈਰਾ ਡਾਈਕਲੋਰੋ ਬੈਂਜ਼ੀਨ। ਇਹ ਵਾਲਾ ਮਾਈਨਰ ਅਮਾਊਂਟ ਮੀਨਸ ਥੋੜੇ ਦੇ ਵਿੱਚ ਬਣਦਾ ਆ, ਤੇ ਇਹ ਵਾਲਾ ਕੀ ਬਣਦਾ ਪਿਆ, ਮੇਜਰ ਅਮਾਊਂਟ ਦੇ ਵਿੱਚ ਮੀਨਸ ਜ਼ਿਆਦਾ ਬਣਦਾ ਪਿਆ, ਠੀਕ ਹੈ। ਦੇਖੋ ਜਦੋਂ ਆਪਾਂ ਹੈਲੋਜਨ ਐਕਸੈਸ ਦੇ ਵਿੱਚ ਰੱਖੀਏ, ਜ਼ਿਆਦਾ ਰੱਖੀਏ, ਜਿਹੜੀ ਬੈਂਜ਼ੀਨ ਆ ਉਹਦੀ 2 ਵਾਰੀ ਕਲੋਰੀਨੇਸ਼ਨ ਹੋ ਕੇ ਡਾਈਕਲੋਰੋ ਬੈਂਜ਼ੀਨ ਬਣ ਜਾਂਦਾ। ਬਟ ਜਿਹੜਾ ਡਾਈਕਲੋਰੋ ਬੈਂਜ਼ੀਨ ਬਣਦਾ ਉਹ ਇੱਕ ਆਰਥੋ ਡਾਈਕਲੋਰੋ ਬੈਂਜ਼ੀਨ ਬਣਦਾ, ਇੱਕ ਪੈਰਾ ਡਾਈਕਲੋਰੋ ਬੈਂਜ਼ੀਨ ਬਣਦਾ ਹੈ, ਠੀਕ ਹੈ। ਹੁਣ ਸਾਡੇ ਕੋਲ ਕੁਐਸਚਨ ਆਉਂਦਾ ਕਿ ਆਰਥੋ ਡਾਈਕਲੋਰੋ ਬੈਂਜ਼ੀਨ ਜਾਂ ਪੈਰਾ ਡਾਈਕਲੋਰੋ ਬੈਂਜ਼ੀਨ ਹੀ ਕਿਉਂ ਬਣਦਾ ਆ। ਇਹਦੇ ਲਈ ਤੁਸੀਂ ਜਿਹੜੀ ਕਲੋਰੋ ਬੈਂਜ਼ੀਨ ਆ ਉਹਦੀ ਰੈਜ਼ੋਨੈਂਸ ਕਰਕੇ ਦੱਸਣੀ ਹੈ, ਠੀਕ ਹੈ। ਰੈਜ਼ੋਨੈਂਸ ਦੇ ਅਕੋਰਡਿੰਗ ਤੁਹਾਨੂੰ ਆਪਣੇ ਆਪ ਸਮਝ ਆ ਜਾਣਾ ਆ, ਓਕੇ, ਠੀਕ ਹੈ। ਜੇ ਆਪਾਂ ਕਲੋਰੋ ਬੈਂਜ਼ੀਨ ਦੀ ਰੈਜ਼ੋਨੈਂਸ ਦੀ ਗੱਲ ਕਰੀਏ, ਕਲੋਰੀਨ ਕੋਲ ਇੱਥੇ ਕਿੰਨੇ ਇਲੈਕਟ੍ਰੋਨ ਹੁੰਦੇ ਆ, 6 ਇਲੈਕਟ੍ਰੋਨ ਹੁੰਦੇ ਆ। ਹੁਣ ਹੁੰਦਾ ਕੀ ਆ, ਇਹ ਵਾਲਾ ਇੱਕ ਇਲੈਕਟ੍ਰੋਨ ਆ, ਦੋਨੋਂ ਇਲੈਕਟ੍ਰੋਨ ਪੇਅਰ ਇਸ ਪੋਜੀਸ਼ਨ ਤੇ ਆ ਕੇ ਇੱਥੇ ਬੌਂਡ ਬਣਾ ਲੈਂਦੇ ਆ। ਆ ਜਿਹੜੇ ਦੋਨੋਂ ਇਲੈਕਟ੍ਰੋਨ ਆ ਇਹਨਾਂ ਨੇ ਇਸ ਸਾਈਡ ਅਕਮੂਲੇਟ ਹੋ ਜਾਣਾ ਹੈ, ਠੀਕ ਹੈ, ਇਕੱਠੇ ਹੋ ਜਾਣਾ ਹੈ। ਹੁਣ ਬਣਦਾ ਕੀ ਆ, ਦੇਖਿਓ, ਠੀਕ ਹੈ। ਇੱਧਰ ਇੱਕ ਤਾਂ ਪਹਿਲਾਂ ਹੀ ਬੌਂਡ ਸੀਗਾ Cl ਦੇ ਵਿੱਚ, ਠੀਕ ਹੈ। ਆ ਜਿਹੜੇ ਦੋ ਲੋਨ ਪੇਅਰ ਆਏ ਆ ਇਹਨਾਂ ਨੇ ਆ ਕੇ ਇੱਥੇ ਇੱਕ ਹੋਰ ਬੌਂਡ ਬਣਾ ਦਿੱਤਾ, ਡਬਲ ਬੌਂਡ ਆ ਗਿਆ। ਇਹ ਦੋਨੋਂ ਇਲੈਕਟ੍ਰੋਨ ਇਸ ਸਾਈਡ ਇਕੱਠੇ ਹੋ ਗਏ। ਇੱਧਰ ਕਿਹੜਾ ਚਾਰਜ ਆ ਗਿਆ, ਨੈਗੇਟਿਵ। ਹੁਣ ਇਹ ਇਲੈਕਟ੍ਰੋਨ, ਇੱਕ ਇਲੈਕਟ੍ਰੋਨ ਕਲੋਰੀਨ ਕੋਲ ਰਹਿੰਦਾ, ਦੂਸਰਾ ਇਲੈਕਟ੍ਰੋਨ ਆਹ ਵਾਲੀ ਕਾਰਬਨ ਕੋਲ ਚਲ ਜਾਂਦਾ, ਤਾਂ ਕਰਕੇ ਇੱਥੇ ਪੋਜ਼ਿਟਿਵ ਚਾਰਜ ਆ ਜਾਣਾ। ਐਨੀ ਚੀਜ਼ ਬਣ ਗਈ। ਹੁਣ ਇਹਦੇ ਵਿੱਚ ਫਰਦਰ ਆਪਾਂ ਕੀ ਕਰ ਦੇਣਾ, ਜਿਸ ਤਰ੍ਹਾਂ ਰੈਜ਼ੋਨੈਂਸ ਕਰਨੀ ਹੈ ਅਗਲੇ ਸਟੈਪ ਦੇ ਵਿੱਚ। ਇਹ ਰੈਜ਼ੋਨੈਂਸ ਮੇਰੇ ਅਕੋਰਡਿੰਗ ਤੁਹਾਨੂੰ ਆਉਂਦੀ ਹੋਊਗੀ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੁੰਦਾ, ਆਹ ਵਾਲਾ ਬੌਂਡ ਇੱਧਰ ਸ਼ਿਫਟ ਹੋ ਜਾਣਾ, ਨੈਗੇਟਿਵ ਚਾਰਜ ਇੱਕ ਪੁਆਇੰਟ ਛੱਡ ਕੇ ਅਗਲੇ ਤੇ ਲੈ ਜਾਣਾ, ਠੀਕ ਹੈ। ਸਿੰਪਲ ਜਿਹੀ ਚੀਜ਼ ਯਾਦ ਰੱਖਣੀ ਹੈ, ਇਹ ਕੁਝ ਨਹੀਂ ਗਾ, ਉੱਦਾਂ ਹੀ ਡਾਟ ਲੱਗ ਗਿਆ, ਠੀਕ ਹੈ। ਆਹ ਵਾਲੀ ਚੀਜ਼ ਇੱਦਾਂ ਹੀ ਰਹਿਣੀ, 2 ਇਲੈਕਟ੍ਰੋਨ ਪੇਅਰ, ਡਬਲ ਬੌਂਡ, ਪੋਜ਼ਿਟਿਵ ਚਾਰਜ। ਓਹੋ, ਇਹ ਵਾਲਾ ਇੱਥੇ ਨਹੀਂ ਆਉਣਾ ਸੀ, ਇਹਨੂੰ ਕੈਂਸਲ ਕਰ ਦਿਓ। ਡਬਲ ਬੌਂਡ ਇੱਧਰ ਆ ਜਾਣਾ ਤੇ ਪੋਜ਼ਿਟਿਵ ਚਾਰਜ ਆਹ ਵਾਲੇ ਪੁਆਇੰਟ ਤੇ ਆ ਜਾਣਾ। ਨੈਕਸਟ ਸਟੈਪ ਦੇ ਵਿੱਚ ਇਹਨੇ ਇੱਧਰ ਸ਼ਿਫਟ ਹੋ ਜਾਣਾ, ਠੀਕ ਹੈ। ਪੋਜ਼ਿਟਿਵ ਨਹੀਂ, ਨੈਗੇਟਿਵ ਚਾਰਜ ਆ ਬੱਚੇ, ਠੀਕ ਹੈ। ਆਹ ਵਾਲਾ ਨੈਗੇਟਿਵ ਚਾਰਜ ਇੱਧਰ ਆ ਜਾਣਾ, ਇਹਨੂੰ ਦੇਖ ਲਿਓ, ਨੈਗੇਟਿਵ ਚਾਰਜ ਆ, ਕਨਫਿਊਜ਼ ਨਾ ਹੋ ਜਾਇਓ, ਠੀਕ ਹੈ। ਹੁਣ ਅਗਲੇ ਸਟੈਪ ਦੇ ਵਿੱਚ ਬਾਕੀ ਸਾਰਾ ਸੇਮ ਹੀ ਆ, 2 ਪੋਜ਼ਿਟਿਵ ਚਾਰਜ। ਹੁਣ ਇਹ ਵਾਲਾ ਇੱਥੇ ਨੈਗੇਟਿਵ ਚਾਰਜ ਸੀਗਾ, ਜੀ ਆਹ ਵਾਲਾ ਇਲੈਕਟ੍ਰੋਨ ਇੱਧਰ ਸ਼ਿਫਟ, ਆ ਬੌਂਡ ਇੱਧਰ ਸ਼ਿਫਟ ਹੋ ਗਿਆ, ਇਹ ਬੌਂਡ ਇੱਧਰ ਸ਼ਿਫਟ ਕਰ ਦਿਓ, ਠੀਕ ਹੈ। ਨੈਗੇਟਿਵ ਚਾਰਜ ਇਹ ਪੋਜੀਸ਼ਨ 'ਤੇ ਚਲ ਗਿਆ, ਠੀਕ ਹੈ। ਇਸ ਤਰ੍ਹਾਂ ਇਹਦੀ ਰੈਜ਼ੋਨੈਂਸ ਹੁੰਦੀ ਪਈ ਹੈ। ਹੁਣ ਦੇਖੋ
ਜਿਸਲਾਂ ਆਪਾਂ ਕਲੋਰੀਨੇਸ਼ਨ ਕਰਦੇ ਆ ਇਹ 'ਤੇ ਅਟੈਕ ਕਿਹਦਾ ਹੁੰਦਾ ਪਿਆ, ਇਹਨਾਂ 'ਤੇ ਅਟੈਕ ਹੁੰਦਾ ਪਿਆ Cl ਪੋਜ਼ਿਟਿਵ ਦਾ, ਮੀਨਸ ਇਲੈਕਟ੍ਰੋਫਾਈਲ ਦਾ ਅਟੈਕ ਹੁੰਦਾ ਪਿਆ ਆ। ਹੁਣ ਨੈਗੇਟਿਵ ਚਾਰਜ ਕਿਹੜੀ ਪੋਜੀਸ਼ਨ ਤੇ ਆ, ਆਰਥੋ ਪੋਜੀਸ਼ਨ 'ਤੇ ਆ, ਪੈਰਾ 'ਤੇ ਆ ਜਾਂ ਆਰਥੋ ਪੋਜੀਸ਼ਨ 'ਤੇ ਆ। ਸੋ ਜਦੋਂ ਆਪਾਂ ਹੁਣ ਇਹ ਵਾਲੇ ਕਿਸੇ ਵੀ ਕਲੋਰੋਬੈਂਜ਼ੀਨ ਦੇ ਵਿੱਚ ਆਪਾਂ Cl ਪੋਜ਼ਿਟਿਵ ਇਲੈਕਟ੍ਰੋਫਾਈਲ ਪਾਣਾ ਆ, ਠੀਕ ਆ, ਉਹਨੇ ਕਿੱਥੇ ਅਟੈਕ ਕਰਨਾ ਆ, ਉਹਨੇ ਜਾਂ ਆਰਥੋ 'ਤੇ ਅਟੈਕ ਕਰੂਗਾ ਜਾਂ ਪੈਰਾ 'ਤੇ ਅਟੈਕ ਕਰੂਗਾ। ਤਾਂ ਕਰਕੇ ਆਰਥੋ ਤੇ ਪੈਰਾ ਦੋ ਪ੍ਰੋਡਕਟ ਬਣਦੇ ਆ, ਠੀਕ ਹੈ। ਹੁਣ ਆ ਦੇਖ ਲਓ ਕਲੋਰੋਬੈਂਜ਼ੀਨ ਆ, ਉਹੀ ਰਿਐਕਸ਼ਨ ਨੂੰ ਮੈਂ ਦੁਬਾਰਾ ਲਿਖਣ ਲੱਗਾ ਕਰਕੇ। ਜੇ ਹੁਣ ਤੁਸੀਂ ਇਹਦੇ ਵਿੱਚ ਕਲੋਰੋਬੈਂਜ਼ੀਨ ਦੇ ਵਿੱਚ Cl2 ਪਾਣੇ ਪਏ ਇਨ ਦੀ ਪ੍ਰੈਜ਼ੈਂਸ ਆਫ FeCl3, ਕੀ ਬਣਦਾ ਪਿਆ ਆ ਕਿ ਆ ਸਾਰਾ ਕੁਝ ਸੇਮ ਹੀ ਚੱਲਦਾ ਪਿਆ। ਇੱਕ Cl ਇੱਧਰ ਲੱਗ ਜਾਊਗਾ, ਠੀਕ ਹੈ, ਜਾਂ ਆਹ ਵਾਲੀ ਪੋਜੀਸ਼ਨ 'ਤੇ ਲੱਗ ਜਾਣਾ, ਇਹ 'ਤੇ ਲੱਗ ਜਾਵੇ, ਇਹ 'ਤੇ ਲੱਗ ਜਾਵੇ, ਇੱਕੋ ਹੀ ਚੀਜ਼ ਹੁੰਦੀ ਹੈ, ਦੋਨੋਂ ਆਰਥੋ ਆ। ਆਰਥੋ ਪ੍ਰੋਡਕਟ ਬਣਦਾ ਪਿਆ, ਠੀਕ ਹੈ। ਆਰਥੋ ਡਾਈਕਲੋਰੋਬੈਂਜ਼ੀਨ, ਚਲੋ ਲਿਖ ਹੀ ਦਿੰਦੇ ਆ ਡਾਈਕਲੋਰੋਬੈਂਜ਼ੀਨ, ਜਾਂ ਦੂਸਰਾ ਬਣ ਜਾਂਦਾ ਆ Cl ਇੱਧਰ, ਠੀਕ ਹੈ ਨਾ। ਇਹ ਕਿਹੜਾ ਬਣ ਗਿਆ, ਪੈਰਾਕਲੋਰੋਬੈਂਜ਼ੀਨ। ਹੁਣ ਇਹ ਵਾਲਾ ਜਿਹੜਾ ਇਹ ਮਾਈਨਰ ਅਮਾਊਂਟ ਦੇ ਵਿੱਚ ਹੁੰਦਾ, ਮਾਈਨਰ ਮੀਨਸ ਘੱਟ ਬਣਦਾ ਪਿਆ, ਇਹ ਵਾਲਾ ਜ਼ਿਆਦਾ ਬਣਦਾ ਪਿਆ, ਮੇਜਰ ਬਣਦਾ ਪਿਆ। ਜੇ ਇਹ ਕੁਐਸਚਨ ਵੀ ਪੁੱਛ ਲਵੇ ਕਿ ਮੇਜਰ ਮਾਈਨਰ ਕਿਉਂ ਬਣਦਾ ਪਿਆ, ਇਹਦਾ ਤੁਸੀਂ ਰੀਜ਼ਨ ਕੀ ਲਿਖਣਾ ਆ ਕਿ ਇਹ ਵਾਲੀ ਕਲੋਰੀਨ ਕੋਲ ਵੀ ਇਲੈਕਟ੍ਰੋਨ ਆ, ਇਹ ਕਲੋਰੀਨ ਕੋਲ ਵੀ ਇਲੈਕਟ੍ਰੋਨ ਆ, ਠੀਕ ਹੈ। ਇੱਧਰ ਵੀ ਇਲੈਕਟ੍ਰੋਨ ਆ, 6 ਇਲੈਕਟ੍ਰੋਨ ਆ। ਹੁਣ ਇਲੈਕਟ੍ਰੋਨ ਇੱਕ ਦੂਸਰੇ ਨੂੰ ਕੀ ਕਰਨਗੇ, ਰਿਪੈਲ ਕਰਨਗੇ। ਰਿਪੈਲ ਕਰਕੇ ਕੀ ਹੁੰਦਾ, ਥੋੜਾ ਅਨਸਟੇਬਲ ਹੁੰਦਾ। ਕਿਆ ਹੁੰਦਾ, ਅਨਸਟੇਬਲ ਹੁੰਦਾ, ਕਿਉਂਕਿ ਇਲੈਕਟ੍ਰੋਨ ਕੀ ਕਰਦੇ ਪਏ ਆ, ਰਿਪੈਲ ਕਰਦੇ ਪਏ। ਇਹਦੇ ਵਿੱਚ ਇੱਦਾਂ ਦਾ ਕੋਈ ਸੀਨ ਨਹੀਂ ਹੁੰਦਾ, ਤਾਂ ਕਰਕੇ ਇਹ ਵਾਲਾ ਜਿਹੜਾ ਜ਼ਿਆਦਾ ਅਮਾਊਂਟ ਦੇ ਵਿੱਚ ਬਣਦਾ ਆ, ਠੀਕ ਹੈ ਬੱਚੇ। ਤੇ ਇਹ ਸੀਗਾ, ਤੇ ਅੱਗੇ ਆਪਾਂ ਇੱਕ ਰਿਐਕਸ਼ਨ ਇਹਦੇ ਨਾਲ ਦੀ ਹੀ ਹੋਰ ਕਰ ਲੈਂਦੇ ਆ, ਠੀਕ ਹੈ। ਉਹ ਕੀ ਰਿਐਕਸ਼ਨ ਕਹਿੰਦੀ ਪਈ ਆ, ਉਹ ਕਹਿੰਦਾ ਕਿ ਜੇ ਆਪਾਂ ਟੋਲੀਨ ਯੂਜ਼ ਕਰ ਲਈਏ ਇਨ ਦੀ ਪ੍ਰੈਜ਼ੈਂਸ ਆਫ ਬੈਂਜ਼ੀਨ, ਠੀਕ ਹੈ, 2 ਨੰਬਰ ਪਾ ਕੇ ਲਿਖ ਦਿੰਦੇ ਆ, ਰਿਐਕਸ਼ਨ ਆਫ ਹੈਲੋਜਨ ਵਿਦ ਟੋਲੀਨ। ਜੇ ਟੋਲੀਨ ਯੂਜ਼ ਕਰੀਏ, ਠੀਕ ਹੈ, ਫਿਰ ਇਹਦੇ ਵਿੱਚ ਇਹ ਵੀ ਸਿੰਪਲ ਜਿਹੀ ਚੀਜ਼ ਆ। ਟੋਲੀਨ ਤੁਹਾਨੂੰ ਪਤਾ ਹੀ ਆ, ਟੋਲੀਨ ਕਿਆ ਹੁੰਦੀ ਆ, ਜਿਹਦੇ ਦੇ ਉੱਪਰ ਕੀ ਲੱਗਾ ਹੋਇਆ, CH3, ਠੀਕ ਹੈ, ਟੋਲੀਨ ਹੋ ਗਿਆ। ਜੇ ਟੋਲੀਨ ਦੇ ਵਿੱਚ ਆਪਾਂ ਪਾਣੇ ਪਏ ਆ Br2 ਬਰੋਮੀਨ ਪਾਈ ਇਨ ਦੀ ਪ੍ਰੈਜ਼ੈਂਸ ਆਫ ਫੈਰਿਕ ਬਰੋਮਾਈਡ, ਠੀਕ ਹੈ। ਇਹਦੇ ਵਿੱਚ ਵੀ ਆਰਥੋ ਤੇ ਕਿਆ ਚੀਜ਼ ਬਣਦੀ ਪਈ ਆ, ਆਰਥੋ ਤੇ ਪੈਰਾ ਪ੍ਰੋਡਕਟ ਹੀ ਬਣਨੇ ਆ, ਠੀਕ ਆ। ਆਰਥੋ, ਇਹਦਾ ਨਾਮ ਆਰਥੋ ਬ੍ਰੋਮੋਟੋਲੀਨ ਲਿਖੇ ਲਓ, ਆਰਥੋ ਬ੍ਰੋਮੋਟੋਲੀਨ, ਠੀਕ ਆ। ਦੂਸਰਾ ਕਿਆ ਆ ਜਾਂਦਾ ਆ, पैरा ब्रोमोटोलीन। ऑर्थो ब्रोमोटोलीन एंड पैरा ब्रोमोटोलीन। ਇਹਦੇ ਵਿੱਚ ਵੀ ਆਹ ਵਾਲਾ ਮਾਈਨਰ ਅਮਾਊਂਟ 'ਚ ਬਣਦਾ ਆ, ਇਹ ਵਾਲਾ ਮੇਜਰ ਬਣਦਾ ਆ, ਠੀਕ ਹੈ। ਇਹ ਵੀ ਕਹਿ ਸਕਦੇ ਹਾਂ ਇਹ ਸਿਮੈਟ੍ਰਿਕ ਹੁੰਦਾ ਆ, ਜਿਹਦੇ ਕਰਕੇ ਜ਼ਿਆਦਾ ਸਟੇਬਲ ਹੁੰਦਾ। ਸਿਮੈਟ੍ਰਿਕ ਮੀਨਸ ਇਹਦਾ ਅਰੇਂਜਮੈਂਟ ਵਧੀਆ ਹੋ ਜਾਂਦਾ, ਠੀਕ ਹੈ। ਮੇਜਰ ਮਾਈਨਰ ਯਾਦ ਰੱਖਣੇ ਆ। ਜੇ ਇਹਦਾ ਰੀਜ਼ਨ ਪੁੱਛ ਲਓ, ਇਹਦਾ ਰੀਜ਼ਨ ਹੁੰਦਾ ਟੋਲੀਨ ਦੀ ਡਿਊ ਟੂ ਹਾਈਪਰ ਕੰਜੂਗੇਸ਼ਨ ਆਫ ਟੋਲੀਨ, ਠੀਕ ਹੈ। ਇਹਦੇ ਵਿੱਚ ਹਾਈਪਰ ਕੰਜੂਗੇਸ਼ਨ ਹੁੰਦੀ ਆ। ਇਹਦੀ ਫਾਰਮੇਸ਼ਨ ਕਿਉਂ ਹੁੰਦੀ ਆ, ਡਿਊ ਟੂ ਹਾਈਪਰ ਕੰਜੂਗੇਸ਼ਨ। ਜੇ ਹਾਈਪਰ ਕੰਜੂਗੇਸ਼ਨ ਤੁਹਾਨੂੰ ਯਾਦ ਆ, ਵੈਰੀ ਗੁੱਡ। ਹਾਈਪਰ ਕੰਜੂਗੇਸ਼ਨ ਕਿਆ ਹੁੰਦੀ ਆ, ਨॉन बॉन्ड रेजोनेंस। हाइपर कंजुगेशन ये क्या होंगी है, नॉन बॉन्ड रेजोनेंस।
ਹਾਈਪਰ ਕੰਜੂਗੇਸ਼ਨ ਕੀ ਹੁੰਦੀ ਆ, ਨੌਨ ਬੌਂਡ ਰੈਜ਼ੋਨੈਂਸ। ਇਹਦੇ ਵਿੱਚ ਕੀ ਚੱਲਦਾ ਆ, ਇਹ ਵੈਸੇ +1 ਦੇ ਵਿੱਚ ਇਹ ਸਾਰੇ ਆਪਾਂ ਟੌਪਿਕ ਪੜ੍ਹੇ ਹੋਏ ਹੋਣੇ ਮੈਨੂੰ ਲੱਗਦਾ, ਜੇ ਨਹੀਂ ਪੜ੍ਹੇ ਆ ਦੈਨ ਵੈਲ ਐਂਡ ਗੁੱਡ। ਇਸ ਤਰ੍ਹਾਂ ਲਿਖ ਰਿਹਾ। ਹੁਣ ਇਹਦੇ ਵਿੱਚ ਕੀ ਹੋਣਾ ਆ ਕਿ ਦੇਖੋ ਨੌਨ ਬੌਂਡ ਰੈਜ਼ੋਨੈਂਸ ਕਿਸ ਤਰ੍ਹਾਂ ਚੱਲਦੀ ਪਈ ਹੈ। ਇਹ ਵਾਲਾ ਬੌਂਡ ਇਸ ਤਰਫ ਸ਼ਿਫਟ ਹੋ ਗਿਆ, ਇਹ ਵਾਲੇ ਦੋਨੋਂ ਇਲੈਕਟ੍ਰੋਨ ਇਸ ਸਾਈਡ ਇਕੱਠੇ ਹੋ ਗਏ। ਲਿਖਣਾ ਕਿਸ ਤਰ੍ਹਾਂ ਆ ਉਹ ਦੇਖੋ, ਆ ਇੱਦਾਂ ਹੀ ਚੱਲਣਾ ਆ, CH। ਹੁਣ ਆ ਦੋਨੋਂ ਇਲੈਕਟ੍ਰੋਨ ਜਿਹੜੇ ਆ, ਹਾਈਡਰੋਜਨ ਵਾਲਾ ਇਲੈਕਟ੍ਰੋਨ ਵੀ ਇੱਧਰ ਆ ਗਿਆ, ਤਾਂ ਕਰਕੇ ਜਿਹੜੀ ਆ H ਆ ਇਹ 'ਤੇ ਪੋਜ਼ੀਟਿਵ ਚਾਰਜ ਆ ਜਾਣਾ, ਕਿਉਂਕਿ ਇਹਦੇ ਵਾਲਾ ਇਲੈਕਟ੍ਰੋਨ ਵੀ ਕਿਹਨੇ ਲੈ ਲਿਆ, ਇਹਦੇ ਵਾਲਾ ਇਲੈਕਟ੍ਰੋਨ ਵੀ ਕੌਣ ਖਿੱਚ ਕੇ ਲੈ ਗਿਆ, ਇਹ ਵਾਲਾ ਦੂਸਰਾ ਇੱਧਰ ਚਲ ਗਿਆ, ਇੱਧਰ ਡਬਲ ਬੌਂਡ ਆ ਗਿਆ, ਸਿੰਗਲ ਦੀ ਜਗ੍ਹਾ ਕਿਆ ਆ ਗਿਆ, ਇਹ ਬੌਂਡ ਇੱਧਰ ਸ਼ਿਫਟ ਹੋ ਗਿਆ, ਇੱਧਰ ਪੋਜ਼ੀਟਿਵ ਚਾਰਜ ਆ ਗਿਆ, ਇਹ ਦੋਨੋਂ ਇਲੈਕਟ੍ਰੋਨਸ ਇਸ ਸਾਈਡ ਇਕੱਠੇ ਹੋ ਗਏ, ਤਾਂ ਕਰਕੇ ਕਿਹੜਾ ਚਾਰਜ ਆ ਗਿਆ, ਨੈਗੇਟਿਵ ਚਾਰਜ। ਜੇ ਇਸੇ ਨੈਗੇਟਿਵ ਨੂੰ ਹੁਣ ਆਪਾਂ ਜਿੱਦਾਂ ਅੱਗੇ ਕਰਦੇ ਸੀ, ਇਹ ਬੌਂਡ ਨੇ ਇੱਧਰ ਸ਼ਿਫਟ ਹੋ ਜਾਣਾ, ਆਹ ਨੈਗੇਟਿਵ ਨੇ ਇਹ ਪੋਜੀਸ਼ਨ 'ਤੇ ਚਲ ਜਾਣਾ। ਠੀਕ ਹੈ, ਨੈਗੇਟਿਵ ਆਹ ਪੋਜੀਸ਼ਨ 'ਤੇ, ਉੱਪਰ ਵਾਲੀ ਕਹਾਣੀ ਸੇਮ ਰਹਿਣੀ ਆ, ਕਹਾਣੀ ਗਰ ਕੀ। ਠੀਕ ਹੈ, H 'ਤੇ ਪੋਜ਼ੀਟਿਵ ਚਾਰਜ। ਜੇ ਆਪਾਂ ਹੋਰ ਅਗਲੇ ਸਟੈਪ 'ਚ ਕਰ ਦਈਏ, ਇਹ ਇੱਧਰ ਸ਼ਿਫਟ ਹੋ ਗਿਆ, ਰੈਜ਼ੋਨੈਂਸ ਇਹ ਹੁੰਦੀ ਆ ਨੌਨ ਬੌਂਡ ਰੈਜ਼ੋਨੈਂਸ। ਨੌਨ ਬੌਂਡ ਕਾਹਦੇ ਬੋਲਦੇ, ਕਿਉਂਕਿ ਇੱਥੇ ਬੌਂਡ ਹੈ ਨਹੀਂ ਉਹ, ਤਾਂ ਕਰਕੇ ਕਿਆ ਬੋਲਦੇ ਪੈਨ, ਬਟ ਰੈਜ਼ੋਨੈਂਸ ਇਹਦੇ ਕਰਕੇ ਹੁੰਦੀ ਪਈ, ਬਟ ਇੱਥੇ ਬੌਂਡ ਹੈ ਨਹੀਂ ਉਹ, ਤਾਂ ਕਰਕੇ ਉਹਨੂੰ ਨੌਨ ਬੌਂਡ ਰੈਜ਼ੋਨੈਂਸ ਬੋਲਦੇ। ਇਸ ਤਰ੍ਹਾਂ ਬਣ ਗਿਆ। ਹੁਣ ਦੇਖੋ ਇਹਦੇ ਇਸ ਕੇਸ ਦੇ ਵਿੱਚ ਵੀ ਨੈਗੇਟਿਵ ਚਾਰਜ ਕਿੱਥੇ ਮੂਵ ਕਰਦਾ ਪਿਆ ਆ, ਔਰਥੋ ਤੇ ਪੈਰਾ ਪੋਜੀਸ਼ਨ 'ਤੇ। ਜੇ ਹੁਣ ਇਹਦੇ 'ਤੇ ਆਪਾਂ Br ਪੋਜ਼ਿਟਿਵ ਦਾ ਅਟੈਕ ਕਰਨਾ, ਤੇ ਕਿਹੜੀ ਪੋਜੀਸ਼ਨ 'ਤੇ ਲੱਗੂਗਾ, ਜਾਂ ਇਹ 'ਤੇ ਲੱਗੂਗਾ ਜਾਂ ਇਹ 'ਤੇ ਲੱਗੂਗਾ। ਜਦੋਂ ਇਹ 'ਤੇ ਅਟੈਕ ਕਰਨਾ ਔਰਥੋ ਬ੍ਰੋਮੋਟੋਲੀਨ ਬਣ ਜਾਣਾ, ਜਦੋਂ ਇਹ 'ਤੇ ਅਟੈਕ ਕਰਨਾ ਪੈਰਾ ਬ੍ਰੋਮੋਟੋਲੀਨ ਬਣ ਜਾਣਾ। ਠੀਕ ਹੈ, ਇਸ ਤਰ੍ਹਾਂ ਸੌਖਾ ਜਿਹਾ ਕੰਮ ਹੈ, ਇਹਨੂੰ ਸਮਝ ਲੈਣਾ ਆ। ਤੇ ਇੱਕ ਹੁਣ ਸਾਡੇ ਕੋਲ ਲਾਸਟ ਰਿਐਕਸ਼ਨ ਆ, ਉਹ ਵੀ ਕਰ ਲੈਂਦੇ ਆ ਆਪਾਂ। ਬੇਟਾ ਜਿਹੜੀ ਆਈਡੋਨੇਸ਼ਨ ਆਫ ਬੈਂਜ਼ੀਨ ਕਰਦੇ ਪਏ ਆ ਆਪਾਂ, ਇਹਦਾ ਥੋੜ੍ਹਾ ਕੁ ਪ੍ਰੋਬਲਮ ਆਉਂਦੀ ਹੁੰਦੀ ਇਸ ਕੇਸ ਦੇ ਵਿੱਚ। ਇਹ ਮੈਂ ਤੁਹਾਨੂੰ ਸ਼ਾਇਦ ਦੱਸਿਆ ਹੋਇਆ, ਜੇ ਤੁਸੀਂ ਕਿਤੇ ਪਹਿਲਾਂ ਕਲਾਸ ਸੁਣੀ ਹੋਈ, ਮੈਨੂੰ ਲੱਗਦਾ ਮੈਂ ਇਹ ਚੀਜ਼ ਕਰਵਾਈ ਹੋਈ ਆ, ਸ਼ਾਇਦ ਮੈਂ ਆਪੂ ਹੀ ਪੜ੍ਹੀ ਹੋਗੀ, ਬਟ ਮੈਨੂੰ ਲੱਗ ਰਿਹਾ। ਬੈਂਜ਼ੀਨ ਦੇ ਵਿੱਚ I2 ਪਾਇਆ, ਇਹਦੇ ਵਿੱਚ ਇਹ ਰਿਐਕਸ਼ਨ ਜਿਹੜੀ ਹੈ ਰਿਵਰਸੀਬਲ ਹੁੰਦੀ ਹੈ। ਰਿਵਰਸੀਬਲ ਮਤਲਬ ਕੀ ਆ ਕਿ ਜੇ ਇਹਦੇ ਤੋਂ ਬ੍ਰੋਮੋ ਬੈਂਜ਼ੀਨ ਤੋਂ ਆਈਡੋ ਬੈਂਜ਼ੀਨ ਬਣ ਰਿਹਾ ਆ, ਤੇ ਵਾਪਸ ਆਈਡੋ ਬੈਂਜ਼ੀਨ ਤੋਂ ਬੈਂਜ਼ੀਨ ਵੀ ਬਣ ਜਾਂਦਾ। ਇੱਦਾਂ ਕਿਉਂ ਹੁੰਦਾ ਆ, ਇਹਦੇ ਵਿੱਚ ਤੁਸੀਂ ਯਾਦ ਰੱਖਣਾ ਕਿ ਜਿਹੜਾ HI ਬਣਦਾ ਪਿਆ ਨਾ, ਇਹ ਸਟਰੋਂਗ ਰਿਡਿਊਸਿੰਗ ਏਜੰਟ ਹੁੰਦਾ ਹੈ। ਕਿਆ ਹੁੰਦਾ ਆ, ਸਟਰੋਂਗ ਰਿਡਿਊਸਿੰਗ ਏਜੰਟ। ਸਟਰੋਂਗ ਰਿਡਿਊਸਿੰਗ ਏਜੰਟ ਕਿਹੜਾ ਹੁੰਦਾ ਆ, ਜਿਹੜਾ ਆਪਣੀ ਹਾਈਡਰੋਜਨ ਦੇ ਕੇ ਕਿਸੇ ਨੂੰ ਆਕਸੀਡਾਈਜ਼, ਕਿਸੇ ਨੂੰ ਰਿਡਿਊਸ ਕਰ ਸਕਦਾ, ਆਕਸੀਡਾਈਜ਼ ਨਹੀਂ। ਇਹ ਕਿਆ ਸਟਰੋਂਗ ਰਿਡਿਊਸਿੰਗ ਏਜੰਟ ਹੈ। ਇਹਨੇ ਕੀ ਕਰਨਾ, ਇਹਨੇ ਆਹ ਵਾਲੀ ਹਾਈਡਰੋਜਨ ਇਹਨੂੰ ਦੇ ਕੇ ਇਹਦੇ ਕੋਲੋਂ ਦੁਬਾਰਾ ਫਿਰ ਬੈਂਜ਼ੀਨ ਬਣਾ ਦੇਣੀ ਹੈ। ਠੀਕ ਹੈ, ਤਾਂ ਕਰਕੇ ਇਹ ਵਾਲੀ ਰਿਐਕਸ਼ਨ ਜਿਹੜੀ ਹੈ ਇਹ ਰਿਵਰਸੀਬਲ ਹੁੰਦੀ ਆ, ਕਿ ਜੇ ਆਪਾਂ ਇਹ ਤੋਂ ਬਣਾਵਾਂਗੇ ਵਾਪਸ ਫਿਰ ਬੈਂਜ਼ੀਨ ਬਣ ਜਾਂਦੀ ਹੈ। ਜੇ ਆਪਾਂ ਇਹ ਰਿਐਕਸ਼ਨ ਕੰਪਲੀਟ ਕਰਨੀ ਹੋਵੇ, ਫਿਰ ਆਪਾਂ ਇਹਦੇ ਵਿੱਚ ਦੋ ਚੀਜ਼ਾਂ ਪਾਣੇ ਪਏ ਆ, ਕਿ ਜਿਹੜੀ ਇਹ ਵਾਲੀ ਰਿਐਕਸ਼ਨ ਆ ਨੂੰ ਆਪਾਂ ਕਿਹਦੀ ਪ੍ਰੈਜ਼ੈਂਸ ਕਰਾਂਗੇ, ਇਹਨੂੰ ਆਪਾਂ ਕਰਾਂਗੇ ਆ ਦੋ ਕੰਪਾਊਂਡ ਲਿਖਣ ਲੱਗਾ, HiO3 ਕਿਆ ਹੁੰਦਾ, ਆਇਓਡਿਕ ਐਸਿਡ ਪਾਣੇ ਆ ਇੱਕ ਇਹਦੇ ਵਿੱਚ। ਠੀਕ ਹੈ, ਤੇ ਜਾਂ ਆਪਾਂ ਪਾਣੇ ਆ ਨਾਈਟ੍ਰਿਕ ਐਸਿਡ HNO3। ਠੀਕ ਹੈ, ਕੰਸਨਟ੍ਰੇਟਡ ਨਾਈਟ੍ਰਿਕ ਐਸਿਡ। ਇਹ ਵਾਲੀ ਰਿਐਕਸ਼ਨ ਆ, ਜੇ ਆਪਾਂ ਇਹਨੂੰ, ਇਹ ਰਿਵਰਸੀਬਲ ਨੇਚਰ ਦੀ ਹੈ, ਜੇ ਆਪਾਂ ਇਹਨੂੰ ਇਹ ਰਿਵਰਸੀਬਲ ਬਣਾਉਣਾ ਹੋਵੇ, ਇਹਦੇ ਵਿੱਚ ਆਪਾਂ ਕਿਆ ਪਾਣੇ ਆ, ਆਇਓਡਿਕ ਐਸਿਡ ਜਾਂ ਨਾਈਟ੍ਰਿਕ ਐਸਿਡ। ਆਇਓਡਿਕ ਐਸਿਡ ਦੇ ਨਾਲ ਕੀ ਹੁੰਦਾ, ਜਾਂ ਨਾਈਟ੍ਰਿਕ ਐਸਿਡ ਦੇ ਨਾਲ, ਇਹ ਜਿਹੜਾ ਹੁੰਦਾ ਹੈ ਨਾ ਤੁਹਾਡਾ ਰਿਡਿਊਸਿੰਗ ਏਜੰਟ, ਇਹਨੂੰ ਆਕਸੀਡਾਈਜ਼ ਕਰ ਦਿੰਦੀ ਹੈ। ਇਹਨੂੰ ਕੀ ਕਰਦੇ ਪਏ ਆ, ਇਹਨੂੰ ਆਕਸੀਡਾਈਜ਼ ਕਰ ਦਿੰਦੇ ਆ। ਆਕਸੀਡਾਈਜ਼ ਕਿਹੜੇ ਢੰਗ ਨਾਲ ਕਰਦੇ ਆ, ਸਿਰਫ ਰਿਐਕਸ਼ਨਸ, ਇਹ ਉੱਦਾਂ ਪੁੱਛਣੀਆਂ ਨਹੀਂ ਕਿਸੇ ਨੇ, ਬਟ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦਾ ਆ।
ਆਕਸੀਡਾਈਜ਼ ਹੋ ਕੇ ਠੀਕ ਹੈ ਕੀ ਬਣ ਜਾਂਦਾ ਇਹਦੇ ਵਿੱਚ NO2 ਬਣ ਜਾਂਦਾ ਨਾਲ ਵਾਟਰ ਨਾਲ ਆਇਓਡੀਨ। ਠੀਕ ਹੈ, ਜੇ ਆਪਾਂ ਨਾਈਟ੍ਰਿਕ ਐਸਿਡ ਪਾਉਂਦੇ ਹਾਂ ਤਾਂ ਇਸ ਤਰ੍ਹਾਂ ਰਿਐਕਸ਼ਨ ਹੁੰਦੀ ਆ। ਜੇ ਆਪਾਂ ਆਇਓਡਿਕ ਐਸਿਡ ਪਾਉਂਦੇ ਹਾਂ HiO3 ਫਿਰ ਕੀ ਬਣਦਾ ਪਿਆ 3H2O + 3I2। ਠੀਕ ਹੈ, ਤੁਸੀਂ ਇੰਨਾ ਹੀ ਯਾਦ ਰੱਖਣਾ ਕਿ ਜਦੋਂ ਆਪਾਂ ਆਇਓਡੋਨੇਸ਼ਨ ਕਰਦੇ ਹਾਂ ਬੈਂਜ਼ੀਨ ਦੀ, ਉਹ ਰਿਵਰਸੀਬਲ ਪ੍ਰੋਸੈਸ ਹੁੰਦਾ ਆ। ਉਹ ਰਿਐਕਸ਼ਨ ਨੂੰ ਕੰਪਲੀਟ ਕਰਨ ਲਈ, ਉਹਨੂੰ ਇਰੀਵਰਸੀਬਲ ਬਣਾਉਣ ਲਈ ਆਪਾਂ ਉਹਦੇ ਵਿੱਚ ਕਿਆ ਪਾਉਂਦੇ ਹਾਂ ਆਇਓਡਿਕ ਐਸਿਡ ਐਂਡ ਕੰਸਨਟ੍ਰੇਟਡ ਨਾਈਟ੍ਰਿਕ ਐਸਿਡ ਐਂਡ ਨਹੀਂ ਔਰ। ਓਕੇ, ਅੱਜ ਲਈ ਇੰਨਾ ਹੀ ਕਰਨਾ ਹੈ। ਥੈਂਕ ਯੂ ਬੇਟਾ।